सतनाम वाहिगुरु साहिब जी। कतक कर्म कमावणे दोष न काहू जोग। परमेश्वर ते भुलिया व्यापन सबे रोग। कतक कर्म कमावणे दोष न काहू जोग। परमेश्वर ते भुलिया व्यापन सबे रोग। वे मुख होए राम ते लगन जन्म विजोग। इन मह कौड़े होए गए जितड़े माया भोग। विच न कोई कर सकै इस थै रोवह रोज। कीता किछु न होवई लिखिया तुर संजोग। वड भागी मेरा प्रभ मिलै ता उतरह सब वियोग। नानक को प्रभ राख ले मेरे साहिब बंदी मोच। कतक होवै साध संग बिनसै सबे सोच। नानक को प्रभ राख ले मेरे साहिब बंदी मोच। कतक होवै साध संग बिनसै सबे सोच। वाहिगुरु जी का खालसा वाहिगुरु जी की फतेह। जुगो जुग टल चबर शतक दे मालक ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੱਤਕ ਮਹੀਨੇ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਆਪ ਸਭ ਸਾਧ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਹਾਜ਼ਰੀ ਲਗਾ ਰਹੇ ਹੋ। ਸਾਰਿਆਂ ਵੱਲੋਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਜਿਵੇਂ ਅੱਸੂ ਦਾ ਮਹੀਨਾ ਗੁਰੂ ਪਰਮਾਤਮਾ ਨੇ ਆਪਣੀ ਰਜ਼ਾ ਵਿੱਚ ਸੁੱਖਾਂ ਨਾਲ ਬਤੀਤ ਕਰਵਾਇਆ ਹੈ, ਇਹ ਚੜ੍ਹਿਆ ਕੱਤਕ ਦਾ ਮਹੀਨਾ ਮਾਲਕ ਆਪਣੀ ਨਜ਼ਰੇ ਰਹਿਮਤ ਰਾਹੀਂ ਸੁੱਖਾਂ ਨਾਲ ਬਤੀਤ ਕਰਵਾਵੇ। ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਸਾਡੇ ਤੇ। ਜਿਹੜੀ ਵੀ ਗੱਲ ਸਮਝ ਨਾ ਆਉਂਦੀ ਹੋਵੇ ਉਸ ਹਰ ਇੱਕ ਗੱਲ ਦੀ ਸਿੱਖਿਆ ਮਾਲਕ ਨੇ ਪਾਵਨ ਬਾਣੀ ਅੰਦਰ ਸਾਨੂੰ ਦਿੱਤੀ ਹੈ। ਕਿਤੇ ਕੋਈ ਭੁਲੇਖਾ ਨਹੀਂ ਰੱਖਿਆ, ਕੋਈ ਭਰਮ ਦੇ ਵਿੱਚ ਨਹੀਂ ਰੱਖਿਆ, ਕਿਉਂਕਿ ਭਰਮ ਭੁਲੇਖੇ ਰਾਹੀਂ ਜ਼ਿੰਦਗੀ ਭਟਕਣਾ ਦੇ ਵਿੱਚ ਪੈਂਦੀ ਹੈ। ਮਨੁੱਖ ਖੱਜਲ ਖੁਆਰ ਹੁੰਦਾ ਤੇ ਇਸ ਲਈ ਭਾਵੇਂ ਅਸੀਂ ਮਹੂਰਤ ਵੇਖੀਏ, ਭਾਵੇਂ ਦਿਨ ਵੇਖੀਏ, ਭਾਵੇਂ ਦਿਨ ਰਾਤ ਦੀ ਵਿਆਖਿਆ ਅਸੀਂ ਸਮਝਣੀ ਹੈ, ਭਾਵੇਂ ਤਰੀਕਾਂ ਦੀ ਤੇ ਭਾਵੇਂ ਰੁੱਤਾਂ ਦੀ,
हर एक की सिक्ख्या सतगुरु जी ने सानू बख्श के निभाई है। वो वखरी गल है कि असी इस ज्ञान नूं जिहड़ा है हासिल नहीं कर पाते। इस कारण कई जिहड़े ने वो भरम भुलेखिਆਂ ਵਿੱਚ पै रहिंदे ने। ਕੱਤਕ महीने की रमता ਨੂੰ ਮੁੱਖ ਰੱਖਦਿਆਂ सतगुरु जी ने अज का जो उपदेश बख्शिया है कि जे चाहना है कि यह महीना सुखां दे नाल बतीत होवे, ते उस लई सानू जिहड़ा है ये सिक्ख्या धारण करनी पएगी। आओ गुरु साहब जी ने जो कृपा की है, बख्शिश की, आपां सांभीए इस रहमत नूं। पावन विचार की रमता तो पहला मन बितियां करो एकागर, रसना करो पवित्र, प्यार सह करत जी। वाहिगुरू जी का खालसा, वाहिगुरू जी की फतेह। गल सारी करम दी। ਜਦੋਂ 12ਵਾਂ ਬਾਣੀ ਦੀ ਆਰੰਭਤਾ ਹੀ ਹੁੰਦੀ ਹੈ, ਉਸ ਸਮੇਂ ਸਤਿਗੁਰੂ ਜੀ ਨੇ ਇਹ ਗੱਲ ਦ੍ਰਿੜ ਕਰਵਾ ਹੀ ਦਿੱਤੀ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੇ ਕੰਮਾਂ ਕਰਕੇ, ਕਰਮਾਂ ਕਰਕੇ ਵਿਛੜੇ ਹਾਂ ਤੁਹਾਡੇ। ਜੇ ਸੌਖਿਆ ਸਮਝਣਾ ਹੈ ਤੇ ਮਾਲਕ ਜੀ ਕਹਿੰਦੇ ਕਰਮੀ ਆਪੋ ਆਪਣੀ, ਇਹ ਨੇੜਾ ਇਹ ਦੂਰ। ਕਰਮਾਂ ਕਰਕੇ ਕੋਈ ਨੇੜੇ ਹੈ ਤੇ ਕਰਮਾਂ ਕਰਕੇ ਕੋਈ ਦੂਰ ਹੈ। ਤੇ ਖੇਡ ਬਣੀ ਸਾਰੀ ਕਰਮ ਦੀ। ਤੇ ਆਪਾਂ ਕਹੀਏ ਅਸੀਂ ਤੇ ਧਰਮ ਦਾ ਕਰਮ ਵੀ ਕਰਦੇ ਹਾਂ, ਸੰਸਾਰਕ ਤੌਰ ਤੇ ਵੀ ਕਰੀਦੇ, ਸਾਰੇ ਕਰਮ ਕਰੀਦੇ। ਚੇਤੇ ਰੱਖਣਾ, ਕਰਮ ਹੀ ਜਿਹੜਾ ਹੈ ਉਹ ਮਿਲਾਉਂਦਾ ਹੈ ਤੇ ਕਰਮ ਹੀ ਵਿਛੋੜਦਾ ਹੈ। ਕਰਮੀ ਆਪੋ ਆਪਣੀ, ਇਹ ਨੇੜੇ ਇਹ ਦੂਰ। ਕਰਮ ਹੀ ਸਾਨੂੰ ਮਿਲਾਏਗਾ ਤੇ ਕਰਮ ਹੀ ਸਾਨੂੰ ਵਿਛੋੜਦਾ ਹੈ। ਤੇ ਇਹ ਗੱਲ ਵੱਲ ਸਾਨੂੰ ਧਿਆਨ ਦੇਣਾ ਪਏਗਾ, ਸਾਡਾ ਕਰਮ ਕਿੱਦਾਂ ਦਾ ਹੈ। ਅਸੀਂ ਜੁੜੇ ਹਾਂ। ਕਈਆਂ ਨੂੰ ਵਹਿਮ ਹੀ ਹੁੰਦਾ ਸਾਰੀ ਜ਼ਿੰਦਗੀ ਅਸੀਂ ਜੁੜੇ ਹਾਂ। ਤੇ ਗੁਰੂ ਸਾਹਿਬ ਜੀ ਨੇ ਕਿਹਾ ਉਹ ਤੇ ਉਸ ਦਰਖਤ ਵਰਗੇ ਹੁੰਦੇ ਨੇ ਜਿਹੜੇ ਖਲੋਤੇ ਤੇ ਹੁੰਦੇ ਨੇ ਧਰਤੀ ਤੇ, ਪਰ ਹਰਿਆਵਲ ਨਹੀਂ ਹੁੰਦੀ ਉਹ। ਸੁੱਕੇ ਦਰਖਤ ਹੁੰਦੇ, ਕਈ ਵੇਖੇ ਹੋਣਗੇ ਆ ਕੇ। ਉੱਥੇ ਨਾ ਫਲ, ਨਾ ਫੁੱਲ, ਨਾ ਹਰਿਆਵਲ, ਕੇਵਲ ਜ਼ਮੀਨ ਤੇ ਖੜਾ ਹੈ ਉਹ ਦਰਖਤ। ਤੇ ਆਪਾਂ ਸੋਚੀਏ ਕਿ ਇਹ ਤੇ ਜੜ ਲੱਗੀ ਹੋਈ ਹੈ ਤੇ ਖੜਾ ਹੈ, ਇਹ ਹਰਿਆਵਲ ਕਿਉਂ ਨਹੀਂ ਹੈ? ਕੀ ਕਾਰਨ ਹੈ ਇਹਦੇ ਪਿੱਛੇ? ਉਹ ਆਪਣੇ ਮੂਲ ਨਾਲੋਂ ਟੁੱਟ ਚੁੱਕਾ ਹੈ। ਸੋਪਾਪਨ ਉਹਦੇ ਅੰਦਰ ਤਾਂ ਆਇਆ ਹੈ। ਚਾਰ ਤਰੀਕੇ ਨੇ ਮਨੁੱਖ ਕਰਮ ਤੇ ਕਰਦਾ ਹੈ। ਧਿਆਨ ਦਿਓ ਥੋੜਾ ਜਿਹਾ। ਅਸੀਂ ਸਾਰੇ ਪਾਠ ਪੂਜਾ ਕਰਦੇ, ਸੇਵਾ ਵੀ ਕਰੀਦੀ, ਸਿਮਰਨ ਜਿੰਨਾ ਕੁ ਹੁੰਦਾ ਉਹ ਵੀ ਕਰੀਦਾ, ਪੁੰਨ ਵੀ ਕਰ ਦੇਈਦਾ, ਦਾਨ ਵੀ ਕਰੀਦਾ, ਸਭ ਕੁਛ ਹੈ। ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਆਨੰਦ ਨਹੀਂ ਹੈਗਾ, ਰੂਹਾਨੀਅਤ ਨਹੀਂ ਹੈਗੀ, ਅਡੋਲਤਾ ਨਹੀਂ ਹੈਗੀ। ਉਹਦੇ ਪਿੱਛੇ ਚਾਰ ਕਾਰਨ ਨੇ। ਕਰਮ ਅਸੀਂ ਕੀਤਾ ਹੈ, ਪਰ ਪਹਿਲਾ ਸਾਡੇ ਅੰਦਰ ਅਗਿਆਨਤਾ।
ਗਿਆਨ ਨਹੀਂ ਹੈ ਹਨ। ਕਰਮ ਤੇ ਕਰ ਦਿੱਤਾ ਸਾਨੂੰ, ਅਸੀਂ ਕਰਮ ਕੀਤਾ, ਪਰ ਉਹਦੇ ਪਿੱਛੇ ਗਿਆਨ ਹੋਣਾ ਬੜਾ ਜ਼ਰੂਰੀ ਸੀ ਕਿ ਜਿਹੜਾ ਕਰਮ ਕਰ ਰਿਹਾ ਹੈ ਠੀਕ ਹੈ ਕਿ ਗਲਤ ਹੈ। ਪਹਿਲਾ ਕਾਰਨ ਹੁੰਦਾ ਹੈ ਅਗਿਆਨਤਾ, ਦੂਜਾ ਕਾਰਨ ਹੁੰਦਾ ਹੈ ਹੰਕਾਰ। ਹੰਕਾਰ ਵਿੱਚ ਵੀ ਕਰਮ ਹੁੰਦੇ ਨੇ। ਜਦੋਂ ਜਦੋਂ ਅੱਗੇ ਆ ਕੇ ਹਉਮੈ ਖਲੋ ਜਾਂਦੀ ਹੈ ਨਾ, ਮੈਂ ਮੇਰੀ ਖਲੋ ਜਾਂਦੀ, ਜਿੰਨਾ ਮਰਜ਼ੀ ਚੰਗਾ ਤੁਸੀਂ ਕਰਮ ਕਰ ਲਓ, ਉਹ ਹਉਮੈ ਜਿਹੜੀ ਹੈ ਉਸ ਕਰਮ ਨੂੰ ਤਬਾਹ ਕਰ ਦੇਗੀ। ਮੈਂ ਤਾਂ ਸੋਚਾਂਗਾ ਮੈਂ ਚੰਗਾ ਕੰਮ ਕਰ ਦਿਆਂ। ਵਿਛੋੜਾ ਐਵੇਂ ਨਹੀਂ ਪੈਂਦਾ। ਪਹਿਲਾ ਅਗਿਆਨਤਾ ਹੈ ਮਨੁੱਖ ਦੇ ਹਿੱਸੇ ਵਿੱਚ ਆਈ, ਕਰਮ ਕੀਤਾ ਪਰ ਅਗਿਆਨਤਾ ਵਸ, ਕਰਮ ਕੀਤਾ ਪਰ ਹੰਕਾਰ ਵਸ, ਕਰਮ ਕੀਤਾ। ਤੀਜਾ ਪੁਆਇੰਟ ਹੈ ਲੋਕਾਚਾਰੀ, ਜਿਹਨੂੰ ਆਪਾਂ ਕਹਿ ਲਈਏ ਲੋਕ ਵਿਖਾਵਾ। ਤੇ ਚੌਥਾ ਸਭ ਤੋਂ ਮੇਨ ਕਹਿ ਲਓ ਕਿ ਕਰਮ ਤੇ ਅਸਲ ਦੇ ਵਿੱਚ ਕੀਤਾ ਹੈ, ਉਹਨੂੰ ਜਿਹੜਾ ਹੈ ਆਪਣੇ ਕਰਮ ਨੂੰ ਆਪਣੇ ਆਪ ਹੀ ਸਹੀ ਠਹਿਰਾਉਣਾ। ਮੈਂ ਗਲਤ ਨਹੀਂ ਹਾਂ, ਮੈਂ ਸਹੀ ਕਰ ਰਿਹਾ, ਮੇਰੇ ਤੋਂ ਚੰਗਾ ਕੋਈ ਕਰ ਨਹੀਂ ਸਕਦਾ, ਉਹ ਭਾਵੇਂ ਗਲਤ ਹੋਵੇ। ਤੇ ਹਰ ਇੱਕ ਇਨਸਾਨ ਇਹੋ ਸੋਚਦਾ ਹੈ ਕਿ ਜੋ ਮੈਂ ਕਰ ਰਿਹਾ ਉਹੀ ਠੀਕ ਹੈ। ਇਹ ਵੀ ਚੀਜ਼ ਜਿਹੜੀ ਹੈ ਸਾਨੂੰ ਕਿਤੇ ਨਾ ਕਿਤੇ ਜਿਹੜਾ ਹੈ ਨਾ, ਕਰਮ ਤੇ ਅਸੀਂ ਕੀਤਾ, ਪਰ ਆਹ ਚੀਜ਼ਾਂ ਕਾਰਨ ਜਿਹੜਾ ਹੈ ਉਹ ਕਰਮ ਵਿਅਰਥ ਚਲਾ ਗਿਆ। ਇਸ ਪ੍ਰਕਾਰ ਬਾਣੀ ਅੰਦਰ ਬੜੇ ਵਚਨ ਨੇ, ਕਿਤੇ ਮਾਲਕ ਦੀ ਸਮਝਾਉਂਦੇ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ। ਲੋਕਾਚਾਰੀ ਜਿਹੜੇ ਕਰਦੇ ਨੇ, ਲੋਕ ਵਿਖਾਵਾ, ਕਹਿੰਦੇ ਧਰਮ ਤੇ ਕਮਾਇਆ ਪਰ ਦੁਨੀਆ ਦੀ ਖਾਤਰ, ਪਰ ਚੇਤੇ ਰੱਖ ਦੁਨੀਆ ਤੇ ਤੁਰ ਗਈ, ਹੌਲੀ ਹੌਲੀ ਤੁਰੀ ਜਾ ਰਹੀ, ਇਹਨੇ ਤੇ ਨਾਲ ਨਹੀਂ ਨਾ ਨਿਭਣਾ। ਦੀਨ ਗਵਾਇਆ, ਦੀਨ ਦਾ ਅਰਥ ਇੱਥੇ ਧਰਮ, ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਅਰਥ ਦੁਨੀਆ, ਦੁਨੀਆ ਪਿੱਛੇ ਲੱਗ ਕੇ ਤੂੰ ਧਰਮ ਨੂੰ ਗਵਾ ਬੈਠਾ। ਦੁਨੀ ਨਾ ਚਾਲੀ ਸਾਥ, ਭਾਵੇਂ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਆਪਣੇ ਹੱਥੀਂ ਆਪਣੇ ਪੈਰ ਤੇ ਕੁਹਾੜਾ ਮਾਰਿਆ। ਮੈਂ ਸੋਚਦਾ ਮੈਂ ਕਰਮ ਚੰਗਾ ਕਰਦਾ, ਕਰਮ ਮਨੁੱਖ ਕਰ ਰਿਹਾ, ਪਰ ਇਹਨੂੰ ਉਹ ਸੋਝੀ ਨਹੀਂ ਹੈ ਕਿ ਇਹ ਕਰਮ ਜਿਹੜਾ ਅਸਲ ਦੇ ਵਿੱਚ ਮੇਰੀ ਜ਼ਿੰਦਗੀ ਵਿੱਚ ਕੀ ਲੈ ਕੇ ਆਏਗਾ। ਹਾਲਾਂਕਿ ਦੁਨਿਆਵੀ ਤੌਰ ਤੇ ਕੋਈ ਵੀ ਕੰਮ ਕਰਦਾ ਹੈ, ਉਹਦਾ ਬੈਨੀਫਿਟ, ਉਹਦਾ ਲਾਭ ਜਿਹੜਾ ਹੈ ਇਹ ਅਸਲ ਦੇ ਵਿੱਚ ਸੋਚ ਕੇ ਚੱਲਦਾ ਹੈ ਪਹਿਲਾਂ ਹੀ ਕਿ ਜੋ ਮੈਂ ਕੰਮ ਕਰਨ ਲੱਗਾ ਇਹਦਾ ਲਾਭ ਕੀ ਹੋਏਗਾ। ਪਰ ਧਰਮ ਦੀ ਦੁਨੀਆ ਅੰਦਰ ਐਸਾ ਨਹੀਂ ਹੈ, ਕਰੀ ਜਾਂਦਾ ਪਰ ਪਤਾ ਕੁਛ ਨਹੀਂ। ਇਸੇ ਕਰਕੇ ਮਾਲਕ ਕਹਿੰਦੇ ਚੇਤੇ ਰੱਖ ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਸਭ ਕੁਛ ਕੀਤਾ, ਹੰਕਾਰ ਆ ਗਿਆ ਤੇ ਕਰਮ ਤੇਰਾ ਵਧੇ ਫੁੱਲੇਗਾ ਥੋੜੀ, ਉਹ ਫਿਰ ਹਾਨੀ ਲੈ ਕੇ ਆਏਗਾ ਜ਼ਿੰਦਗੀ ਦੇ ਵਿੱਚ। ਨਾਨਕ ਨੇ ਫਲ ਜਾਤ ਤੇ ਜੋ ਕੁੰਜਰ ਇਸ਼ਨਾਨ, ਹਾਥੀ ਦੇ ਇਸ਼ਨਾਨ ਵਰਗਾ ਹੀ ਹੈ ਕਰਮ ਸਾਡਾ। ਇਸ ਕਰਕੇ ਕਰਮ ਜਦੋਂ ਵੀ ਕਰੋ ਵਿਚਾਰੋ, ਕਿਉਂਕਿ ਕਰਮ ਇੱਕ ਬੀਜ ਹੈ ਤੇ ਬੀਜ ਪਾਉਣ ਲੱਗਿਆ ਸਾਨੂੰ ਵੇਖਣਾ ਪਏਗਾ ਕਿੱਥੇ ਪਾ ਰਹੇ ਹਾਂ ਅਸੀਂ। ਧਰਤੀ ਕੈਸੀ ਹੈ, ਉਪਜਾਊ ਹੈ ਕਿ ਬੰਜਰ ਹੈ। ਤੇ ਜੇ ਬੰਜਰ ਹੈ ਤਾਂ ਉਹਨੂੰ ਉਪਜਾਊ ਬਣਾਈਏ, ਉਹਦਾ ਵੀ ਤਰੀਕਾ ਹੈ।
रोज एक अभ्यास बन लईए असी सेवा सिमरन का जिन्ना हो सके। मैं नहीं कहता कि अठे पैर लगे रहो, रूटीन का जितना क अभ्यास साडा हो सके असी करना शुरू कर दईए। एक दिन ਇਹੋ ही बंजर धरती उपजाऊ हो जाएगी। ਤੇ उपजाऊ धरती ਦੇ ਵਿੱਚ ਜਦੋਂ ਬੀਜ ਪਾਵਾਂਗੇ ਅਸੀਂ ਕਰਮ ਦਾ ਚੰਗਾ ਬੀਜ ਤੇ ਫਲ ਚੰਗੇ ਆਣਾ। ਮੈਂ ਤਾਂ ਬੇਨਤੀ ਕਰ ਰਿਹਾ, ਜ਼ਿੰਦਗੀ ਵਿੱਚ ਕੋਈ ਵੀ ਵਾਧ ਘਾਟ ਆਉਂਦੀ ਹੈ ਨਾ, ਆਪਾਂ ਸਿੱਧਾ ਗੁਰੂ ਪਰਮਾਤਮਾ ਨੂੰ ਦੋਸ਼ ਦਿੰਦੇ, ਰੱਬ ਨੇ ਮਾੜਾ ਕਰਤਾ, ਠੀਕ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ ਐਸਾ ਨਹੀਂ ਹੈ, ਇਸ ਭੁਲੇਖੇ ਵਿੱਚ ਨਾ ਜੀ। ਆਪਣੀ ਧਰਤੀ ਵੇਖ, अपना कर्म रूप बीज वेख कैसा है। जैसी धरती जैसा बीज होएगा तो बढ़ेगा तो वैसा ही। सौखा बचन दे देवा, रोज पढ़ दे। जपजी साहब का बचन, मालक जी कहन लगे आपे बीज आपे ही खा। हुण इत्थे ते नहीं कहा कि तू बीज लै कोई होर वढ़ लैगा। जे बीजेगा तो वढ़ना पेगा, तो फिर आपां दोष दूजे नूं क्यों दईए। चाहे रब होवे, चाहे गुरु होवे, चाहे कोई थर्ड परसन होवे या सैकेंड परसन होवे, असीं क्यों दूजे नूं दोष दईए। असीं ये वेखीए कर्म मेरा सी, जे रोग आए ने, जे दुख आए ने, जे कोई तकलीफ है, ये पिछे कारण जरूर मेरा ही होएगा, क्योंकि कर्म मेरे ऐसे। ददै दोष ना देओ किसै, दोष कर्मा अपनिया, जो मैं किया सो मैं पाया, दोष न दीजै अवर जना। किते मालक कहते लोड़ है दात बिजौरियां, तिकर बीजे जट, हंडै उन कताएंदा, पहंदा लोड़े पट। कहते जे दाखा खानियां है तो किकर ना बीज, सीधी गल कही। किकर का बीज सॉफ्ट बड़ा होंदा है, कोमल होंदा है, पर जो उगदा है वह कंडे पैदा करता है। साडे कर्म ही बाद दे विच सानू जिहड़ा है कई मिला दिंदे ने या रब नालों विछोड़ दिंदे। ते सानू वेखना पेगा कि साडे कर्म कैसे हैं। सानू पता है, अनजान नहीं है असीं। ते पंजवें पातशाह महाराज इहो ही गल अज समझा रहे हैं, तब तक कर्म कमावण दोष न काहू जोग। किसे से दोष क्यों मरदा है, सारी गल तो तेरे कर्मां दी है। फिर जो बीजिया वो तो फिर तेन वढ़ना ही पेगा। परमेश्वर ते भुलिया, क्योंकि कर्म ने रब नूं भुला दिता। इस गल नूं असीं लैके चलना है, कर्म ने रब नूं भुलाता, कर्मी आपो अपने। कर्म मेरा ऐसा सी, मैं रब नूं भुला बैठा, रब जहन दे विच नहीं, रब याद दे विच ही नहीं, विसरिया होया सी। ते फिर की होना सी। मालक जी कहन लगे फिर तो सुभावक सी कि व्यापन सबे रोग, जिंदगी विच रोग आने होने। सुभावक सी। विछोड़ा दर्द पैदा करता है, दुख पैदा करता है, तकलीफ पैदा करता है। मिलाप रूहानियत लैके आउंदा है, खुशी लैके आउंदा है, आनंद लैके आउंदा है। असीं कित्थे हैं वो सानू पता है। कर्म चंगे कर लो, पता सानू सारिਆਂ ਨੂੰ ही है कि कर्म ही नाल नहीं बने, फिर भी मनुख उधर नहीं तुरदा। सतगुरु गुरु अर्जन देव महाराज जी कहन लगे ये तो मनना पेगा तैनू
कि कर्म चंगे नहीं सी, रब नालों विछोड़ा पै गया, रब नाल टुटिया ते जिंदगी विच दुख रोग आ गए। ये लड़ी तब चलती है। जिवें गुरु नानक पातशाह महाराज जी ने एक तलाब नूं संबोधन किया बाणी विच, गलबात की उहदे नाल, कहंदे तूं ते चंगा भला सैं, कुछ दिन पहला मैं तुहाडे कोल इत्थे रोक के गया है, हरियावल सी, चंगा भला सी, हुण सोका पिया है। अग्गों तलाब कहंदा मालक मैं मूल नालों टुट गया, जिहड़ा पानी जिस सोमे तो मैनूं पानी मिलदा सी ना, उत्तों मैं टुट गया। ते जदों पानी नहीं मिलिया, हौली हौली की होया, सोका पै गया। ते मूल नालों टुटण करके सोका पिया, जे ना टुटदा हरियावल रहनी। अब्बर तू हरियावला कवला कंचन वन, कह दोखड़े सड़ियो हैं, काली होई आदि गुड़ी। ते अग्गों जवाब यही मिलता, जाना पानी ना लहा जैसे थी। कहन लगे जिथों कुछ मिलता सी उत्थों बंद हो गया, मैं टुट गया उत्थों। फिर ते सोका सुभावक सी। इस करके जिंदगी विच जेकर ऐसियां चीज़ां हैगियां ने ना, बंदे खोज दिल हर रोज, ना फिर परेशानी मन। असीं अपने आप को खोजिए, कमी किते ना किते मिल जाएगी। फिर असीं ये नहीं कहांगे रब्बा तू आ कीता, तू ओ कीता, फिर असीं ये गल कहांगे तेरा किया मीठा लगे। जे सुख देह तां तुझे आराधी, दुख भी तुझे ध्याई। जे भुख देह तां इत ही राजा, दुख विच सुख मनाई। मेरी अवस्था ये बन जाएगी। नहीं तो कर्मां दे नाल मिल भी पवांगे, ते कर्म जे माड़े होणगे ते विछड़ भी जावांगे। ते विछोड़े के नाल सतगुरु जी कहते रोग आना सुभावक है। वे मुख होए राम ते लगन जन्म विजोग। जदों असीं बेमुख हो गए, साडा मुख गुरु वाले नहीं, रब वाले नहीं, ना शुकरे हो गए, ते सतगुरु जी कहन लगे फिर ते एक जन्म नहीं, अनेकां जन्मां का कह लो विछोड़ा पै जाएगा, लम्मा विछोड़ा। क्योंकि मनुखा दे ही है, फिर कदों मिलनी है सानू नहीं पता। सानू ये जरूर पता है कि कई जन्म पै कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर वृक्ष जोयो। मिल जगदीश मिलन की बरिया, चिरन काल यह देश दरिया। सानू ये पता है बड़े चिरां बाद या 1,84 जून बाद सानू ये देही प्राप्त हुई है। ते गुरु बाबा जी इथों तक भी कहते अखीरला डंडा है, इस पौड़ी ते जो नर चुके, सो आए जाए दुख पाएगा। जे तिलक गया ना, सीधा थले डिगेगा। ते फिर उतला डंडा हासिल करने वास्ते सब तो उतला शुरुआत तो एक तो ही करनी पैगी ना। इसलिए सतगुरु जी कहते कि बेमुख होई राम ते लगन जन्म विजोग। जे बेमुख हो गए ते लम्मे कह लो विछोड़े पै जाएंगे, छेती कीतिया नहीं मिल पावांगे। किनमै कौड़े होए गए जितड़े माया भोग। एक खिन दे विच जिन्हां नूं असीं मिठा करके इकट्ठा कीता सी, स्वादले पदार्थ इकट्ठे कीते सी, हर एक चीज़ नूं इकट्ठिया कीता होया सी, अपने कोल रखिया सी। सतगुरु जी कहते जिदण रब नालों विछोड़ा पिया, उदण ये सारिया चीज़ां ही फिर कौड़ियां हो जाणियां, भाव तेरे वास्ते दुखदाई होने। फिर पैसा धरिया धराया रह जाता। करोड़पति भी होवे पर जदों स्वाद मुक जाए ना जिंदगी च, रब ऐसी मार मारे, फिर जिहड़ा है की हुंदा है, स्वादला भोजन भी अगे पिया होवे भी स्वाद नहीं लगता, कौड़ा लगता है।
ਬਿਮਾਰੀਆਂ ਘੇਰਦੀਆਂ ਨੇ, ਰੋਗ ਘੇਰਦੇ ਨੇ, ਮੁਸੀਬਤ ਆਉਂਦੀ ਹੈ, ਦੁੱਖ ਆਉਂਦੇ ਨੇ, ਤੇ ਇਹਦੇ ਪਿੱਛੇ ਕਾਰਨ ਕਿਹਦਾ ਹੈ? ਕਾਰਨ ਤੇ ਫਿਰ ਅਸੀਂ ਬਣੇ ਨਾ, ਕਿਉਂਕਿ ਕਰਮ ਸਾਡੇ ਵੈਸੇ ਨੇ। ਇਸ ਲਈ ਮਾਲਕ ਕਹਿੰਦੇ ਜਿੰਨਿਆਂ ਨੂੰ ਵੀ ਅਸੀਂ ਮਿੱਠਾ ਕਰਕੇ ਮੰਨਿਆ ਸੀ, ਉਹ ਹੀ ਜਿਹੜਾ ਹੈ ਸਾਡੇ ਵਾਸਤੇ ਦੁਖਦਾਈ ਬਣ ਗਏ। ਵਿੱਚ ਨਾ ਕੋਈ ਕਰ ਸਕੈ ਤਿਸਥੈ ਰੋਵੈ ਰੋਜ਼। ਫਿਰ ਕੋਈ ਵਿਚੋਲਾ ਜਿਹੜਾ ਹੈ ਵਿੱਚ ਕੁਛ ਨਹੀਂ ਕਰ ਸਕਦਾ, ਜਿਹਦੇ ਕੋਲ ਮਰਜ਼ੀ ਰੋ ਲੈ ਜਾ ਕੇ। ਕਿਸੇ ਕੋਲ ਰੋਇਆ, ਕਿਸੇ ਕੋਲ ਤਰਲਾ ਲਿਆ, ਕੁਛ ਨਹੀਂ ਬਣੇਗਾ। ਜੇ ਮਾਲਕ ਕਹਿੰਦੇ ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਕਿਸੇ ਦੇ ਕੀਤਿਆਂ ਕੁਛ ਨਹੀਂ ਹੋਏਗਾ। ਜਦੋਂ ਕਰਮ ਹੀ ਤੇਰੇ ਐਸੇ ਮਾੜੇ ਨੇ, ਤੇ ਜਿੰਨਾ ਚਿਰ ਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਡਿੱਗਦਾ ਨਹੀਂ ਨਾ, ਉਹਨਾਂ ਚਿਰ ਇਹ ਪੁੱਠੇ ਕਰਮ ਵਿੱਚ ਦੇ ਨਹੀਂ ਹੋਣਾ। ਸਤਿਗੁਰੂ ਜੀ ਕਹਿੰਦੇ ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡੇ ਭਾਗਾਂ ਦੇ ਨਾਲ ਜੇ ਗੁਰੂ ਪਰਮਾਤਮਾ ਨਾਲ ਮਿਲਾਪ ਹੋ ਜਾਵੇ, ਤੇ ਵਿਛੋੜਾ ਜਿਹੜਾ ਪਿਆ ਹੁੰਦਾ ਹੈ, ਇਹ ਫਿਰ ਮਿਲਾਪ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਜਿੱਥੇ ਮਿਲਾਪ ਉੱਥੇ ਆਨੰਦ ਹੈ ਹੀ ਹੈ, ਉੱਥੇ ਖੁਸ਼ੀ ਹੈ, ਉੱਥੇ ਰੂਹਾਨੀਅਤ ਹੈ। ਤੇ ਅਖੀਰ ਵਿੱਚ ਮਾਲਕ ਕਹਿੰਦੇ ਨਾਨਕ ਕਉ ਪ੍ਰਭ ਰਾਤ ਲੈ, ਮੇਰੇ ਸਾਹਿਬ ਬੰਦੀ ਮੋਚ। ਇਹ ਬੰਧਨਾਂ ਤੋਂ ਮੁਕਤ ਕਰਨ ਵਾਲੇ ਪਰਮਾਤਮਾ ਰੱਬ ਜੀ, ਮੈਨੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚਾ ਲਓ। ਮੈਂ ਬੇਮੁਖ ਨਾ ਹੋਵਾਂ, ਮੈਂ ਨਾ ਸ਼ੁਕਰਾ ਨਾ ਹੋਵਾਂ, ਮੈਂ ਤੇਰੀ ਯਾਦ ਨੂੰ ਆਪਣੇ ਜ਼ਿਹਨ ਦੇ ਵਿੱਚੋਂ ਨਾ ਵਿਸਾਰਾਂ, ਨਾ ਭੁਲਾਵਾਂ। ਬਸ ਇਹੋ ਹੀ ਅਰਦਾਸ ਹੈ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਜਿਨ੍ਹਾਂ ਨੂੰ ਸੰਗਤ ਮਿਲ ਜਾਂਦੀ ਹੈ, ਸਤ ਸੰਗਤ ਵਿੱਚ ਆ ਜਾਂਦੇ ਨੇ, ਜੋ ਸੰਗਤ ਮਾਣਦੇ ਨੇ, ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਦੇ ਅੰਦਰੋਂ ਫਿਕਰਾਂ, ਚਿੰਤਾ, ਝੋਰੇ, ਵਿਸ਼ੇ ਵਿਕਾਰ ਸਭ ਕੁਛ ਨਾਸ ਹੋ ਜਾਂਦਾ ਹੈ। ਉਹਨਾਂ ਦਾ ਜੀਵਨ ਫਿਰ ਸੁਖੀ ਹੈ। ਉਹ ਫਿਰ ਜਹ ਜਾਈਏ ਤਹਾਂ ਸੁਹੇਗੇ। ਜਿੱਥੇ ਵੀ ਜਾਂਦੇ ਨੇ ਸੁੱਖ ਹੀ ਸੁੱਖ ਹੈ, ਉਹਨਾਂ ਦੀ ਜ਼ਿੰਦਗੀ ਸੁਖਮਈ ਹੈ। ਤੇ ਜਿਹੜੇ ਰੱਬ ਨੂੰ ਭੁਲਾ ਬੈਠਦੇ ਨੇ, ਕਰਮ ਮਾੜੇ ਨੇ ਜਿਨ੍ਹਾਂ ਦੇ, ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਦੀ ਜ਼ਿੰਦਗੀ ਫਿਰ ਦੁੱਖਾਂ, ਦਰਦਾਂ, ਵਿਘਨਾਂ, ਕਲੇਸ਼ਾਂ ਦੇ ਨਾਲ ਭਰੀ ਰਹੀ। ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ। ਬੇਅੰਤ ਫੁੱਲਾਂ ਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ